ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਜਿਹੜਾ ਕਸ਼ਹਿਰੇ ਪਾੜ ਜਾਂਦੇ ਉਹਦਾ ਹੀ ਪੋਚਾ ਬਣਾ ਲੈਂਦੇ। ਕਸ਼ਹਿਰੇ ਪਾੜੇ ਚਲੋ ਇਹ ਪੋਚਾ ਆਪਣਾ ਦਰਵਾਜ਼ਾ ਸਾਫ਼ ਕਰ ਲਓ, ਇਹਦੇ ਨਾਲ ਆਹ ਸਾਫ਼ ਕਰ ਲਓ, ਗੱਡੀਆਂ ਹੀ ਸਾਫ਼ ਕਰ ਲਓ। ਉਹ ਇਦਾਂ ਨਾ ਕਰੋ। ਪੰਜ ਕਕਾਰਾਂ ਦਾ ਇੰਨਾ ਸਤਿਕਾਰ ਕਰੋ, ਕਸ਼ਹਿਰਿਆਂ ਦਾ ਸੰਸਕਾਰ ਕਰ ਦਿਆ ਕਰੋ। ਮੇਰੇ ਕੋਲ ਕਈ ਚੀਜ਼ਾਂ ਨੇ, ਉਹ ਮੈਂ ਫਿਰ ਕਈ ਸੰਗਤ 'ਚ ਨਹੀਂ ਸੁਣਾਉਂਦਾ, ਕਈ ਗੱਲਾਂ ਸੁਣਾਉਣ ਵਾਲੀਆਂ ਨਹੀਂ। ਵੈਸੇ ਇੱਕ ਇਸ਼ਾਰਾ ਕਰਨਾ, ਇੱਕ ਸਿੰਘ ਸੀਗਾ 15 ਘੰਟੇ ਅਭਿਆਸ ਕਰਦਾ ਸੀ ਰੋਜ਼। ਉਹ 15 ਘੰਟੇ ਦਾ ਅਭਿਆਸੀ ਸੀ, ਪਰ ਹੈਗਾ ਸੀ ਉਹ ਸਿੰਗਾਪੁਰ। ਉਹ ਗਲਤੀ ਕਰਦਾ ਸੀ, ਪਰ ਉਹਨੂੰ ਇਹ ਪਤਾ ਨਹੀਂ ਸੀ ਇਹ ਗਲਤੀ ਹੈ। ਇੰਨਾ ਜਾਣੀ ਉਹ ਸਿੱਧਾ ਸਾਦਾ ਬੰਦਾ ਸੀ। ਬਾਹਰਲੇ ਥੋੜੇ ਜਿਹੇ ਹੁੰਦੇ ਵੀ ਸਿੱਧੇ ਸਾਦੇ ਹੀ ਆ। ਉਹ ਆਪਣੇ ਕਕਾਰ ਲਾ ਕੇ ਸਾਰੇ ਹੀ ਮੰਜੇ ਤੇ ਰੱਖ ਕੇ ਫਿਰ ਲੈਟਰਨ ਵਗੈਰਾ ਜਾਂਦਾ ਸੀ। ਕਿੰਨੇ ਸਾਲ ਉਹ ਇਹ ਗਲਤੀ ਕਰਦਾ ਰਿਹਾ। ਫਿਰ ਮਹਾਰਾਜ ਨੇ ਇੱਕ ਸਿੰਘ ਨੂੰ ਕਿਹਾ, ਫੌਜਾਂ ਨੇ ਕਿਹਾ, ਕਹਿੰਦੇ ਉਹਨੂੰ ਹਟਾ ਕੇ ਆ, ਉਹ ਜਿੰਨੀ ਕਮਾਈ ਕਰਦਾ ਉਹ ਰਿੱਧੀਆਂ ਸਿੱਧੀਆਂ ਤਾਂ ਆ ਗਈਆਂ ਉਹਦੇ ਕੋਲੇ, ਪਰ ਉਹ ਮਨ ਨਹੀਂ ਟਿਕਿਆ ਉਹਦਾ। ਜਦ ਸਿੰਘ ਦੀ ਡਿਊਟੀ ਲੱਗੀ, ਸਿੰਘ ਗਿਆ ਉੱਥੇ ਜਾ ਕੇ ਜਦੋਂ ਉਹਨੂੰ ਸਮਝਾਇਆ ਉਹ ਮੰਨੇ ਨਾ, ਫਿਰ ਖੈਰ ਮੰਨ ਗਿਆ। ਕਹਿੰਦਾ ਮੈਂ ਚਾਹੁੰਦਾ ਵੀ ਕਕਾਰਾਂ ਨੂੰ ਮੈਂ ਲੈਟਰਨ ਵਿੱਚ ਵੀ ਲੈ ਕੇ ਨਹੀਂ ਜਾਣਾ, ਨਾਲ ਮੇਰੇ ਪਿਤਾ ਜੀ ਦੇ ਕਕਾਰ ਬਖਸ਼ੇ ਹੋਏ। ਇੰਨੇ ਸਤਿਕਾਰਵਾਜ। ਉਹਦੀ ਸਿੰਘਣੀ ਕਹਿੰਦੀ ਪਤਾ ਨਹੀਂ ਕਿੱਥੋਂ ਪੈਸਾ ਆਉਂਦਾ, ਪਤਾ ਨਹੀਂ ਕੀ ਕਿੱਥੋਂ ਆਉਂਦਾ। ਕਹਿੰਦੀ ਘਰ ਦੇ ਵਿੱਚ ਇੰਨਾ ਬਖਸ਼ਿਸ਼ ਹੈ। ਜਦੋਂ ਉਹ ਸਿੰਘ ਨੂੰ ਕਕਾਰ ਅਰਦਾਸ ਕਰਕੇ ਪਹਿਨਾ ਤੇ ਵੀ ਲੈ ਵੀ ਸਿੰਘਾ ਬੇਅਦਬੀ ਨਹੀਂ ਕਰਨੀ, ਏਦਾਂ ਬੇਅਦਬੀ ਆ ਸਮਕਾ, ਤੂੰ ਬੇਅਦਬੀ ਕਰਦਾ। 4 ਦਿਨ ਦੇ ਵਿੱਚ ਵਿੱਚ ਜਿੱਥੇ ਉਹ ਜਾਣਾ ਚਾਹੁੰਦਾ ਸੀ ਅਵਸਥਾ 'ਚ ਉੱਥੇ ਚਲਾ ਗਿਆ। ਕਹਿੰਦਾ ਜੀ ਹੁਣ ਮੈਨੂੰ ਪਤਾ ਲੱਗਿਆ, ਸਿੰਘ ਤਾਂ ਇਹੋ ਜਿਹੇ ਬੈਠੇ ਨੇ, ਕੜੇ ਆ ਘਰਾਂ 'ਚ ਰੁਲਦੇ ਆ, ਕਿਰਪਾਨਾਂ ਉਹ ਰੁਲਦੀਆਂ ਨੇ, ਕਿਤੇ ਕੋਈ ਸ਼ਸਤਰ ਉਹ ਰੁਲਦਾ, ਕਿਤੇ ਕਸ਼ਹਿਰੇ ਥੋੜੇ ਰੁਲਦੇ ਰਹਿੰਦੇ ਨੇ। ਜੇ ਪੀਲਾ ਪਟਕਾ ਹੁਣ ਦੇਖਿਆ ਵੀ ਕੰਮ ਦਾ ਨਹੀਂ, ਚਲੋ ਜੀ ਇਹ ਨਾਲ ਸਾਫ਼ ਕਰਨਾ। ਪੀਲਾ ਤੇ ਨੀਲਾ ਰੰਗ। ਇੱਕ ਵਾਰੀ ਇੱਕ ਸਿੰਘ ਸੀ, ਉਹਨੇ ਨੀਲੇ ਰੰਗ ਦਾ ਤੌਲੀਆ ਲਿਆਂਦਾ। ਜਦੋਂ ਮੈਂ ਉਹਨੂੰ ਮਿਲਣ ਗਿਆ, ਕਹਿੰਦਾ ਗਿਆਨੀ ਜੀ ਤੌਲੀਆ ਤੁਸੀਂ ਲੈ ਜਾਓ, ਨੀਲਾ ਨਵਾਂ ਹੀ ਲਿਆਂਦਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਬਹੁਤ ਝਿੜਕਾਂ ਪਈਆਂ। ਮੈਂ ਕਿਹਾ ਕਿਹੜੀ ਗੱਲੋਂ ਝਿੜਕਾਂ ਪੈ ਗਈਆਂ ਤੌਲੀਏ ਨਵੇਂ ਤੋਂ? ਕਹਿੰਦਾ ਫੌਜਾਂ ਕਹਿੰਦੀਆਂ ਓਏ ਸਾਡਾ ਨੀਲਾ ਬਾਣਾ ਹੈ, ਇਹ ਨੀਲਾ ਰੰਗ ਸਾਡਾ ਹੈ, ਤੂੰ ਹੁਣ ਥਾਂ ਕਿਥਾਂ ਬਣੇਗਾ? ਨੀਲੇ ਰੰਗ ਦੀ ਬੇਅਦਬੀ ਕਰੇਗਾ ਤੂੰ? ਕਈ ਆ ਜਿਹੜਾ ਨਿਸ਼ਾਨ ਸਾਹਿਬ ਦਾ ਚੋਲਾ, ਇਹ ਵੀ ਸਾਡਾ ਰੰਗ ਹੈ ਸਾਧ ਸੰਗਤ। ਇਸ ਕਰਕੇ ਜਿਹੜੇ ਚਾਰੇ ਰੰਗ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਦੇ ਵਿੱਚ ਹਮੇਸ਼ਾ ਸਤਿਕਾਰ, ਕਕਾਰਾਂ ਦਾ ਸਤਿਕਾਰ ਰੱਖਣਾ। ਇਹ ਵੀ ਤੁਹਾਡੀਆਂ ਕਮੀਆਂ ਨੇ, ਜਿਹੜੀਆਂ ਕਮੀਆਂ ਨੇ ਮੈਂ ਦੱਸ ਰਿਹਾ, ਉਹਨਾਂ ਨੂੰ ਪੂਰੀਆਂ ਕਰੋ, ਆਪਣੀਆਂ ਕਮੀਆਂ ਨੂੰ ਦੂਰ ਕਰੋ। 10ਵੇਂ ਪਾਤਸ਼ਾਹ ਮਹਾਰਾਜ ਨੂੰ ਸਿੰਘ ਕਹਿੰਦੇ, ਮਹਾਰਾਜ ਕਹਿੰਦੇ ਬੋਲੋ ਕਿੱਥੇ ਤੀਰ ਮਾਰੀਏ? ਕਹਿੰਦੇ ਉਹ ਦਰਖਤ ਨੂੰ ਮਾਰੋ। ਮਹਾਰਾਜ ਨੇ ਉੱਥੇ ਮਾਰ ਦੇਣਾ। ਇੱਕ ਸਿੰਘ ਕਹਿੰਦਾ ਮਹਾਰਾਜ ਅਸੀਂ ਤਾਂ ਨਹੀਂ ਮਾਰ ਸਕਦੇ, ਤੁਹਾਡੇ ਤਾਂ ਸ਼ਕਤੀ ਆ ਜੀ, ਤੁਸੀਂ ਸ਼ਕਤੀ ਨਾਲ। ਮਹਾਰਾਜ ਕਹਿੰਦੇ ਨਹੀਂ, ਸ਼ਕਤੀ ਨਹੀਂ ਮੈਂ ਵਰਤੀ। ਕਹਿੰਦੇ ਜੇ ਸ਼ਕਤੀ ਨਾਲ ਤੀਰ ਛੱਡਦਿਆਂ ਨਾ ਬ੍ਰਹਿਮੰਡ ਫਨਾਹ ਹੋ ਜਾਊਗਾ, ਬ੍ਰਹਿਮੰਡ ਹੀ ਨਾਸ ਹੋ ਜੂ, ਸ਼ਕਤੀ ਨਾਲ ਨਹੀਂ ਮੈਂ ਤੀਰ ਛੱਡਦਾ। ਸ਼ਕਤੀ ਨਾਲ ਤਾਂ 2 ਤੀਰ ਛੱਡੇ ਸੀ ਚਮਕੌਰ ਦੀ ਗੜੀ 'ਚ। ਇੱਕ ਤੀਰ ਛੱਡਿਆ, ਮੂਰਲੀਆਂ ਕਤਾਰਾਂ ਹੀ ਖਤਮ ਕਰਤੀਆਂ ਤੁਰਕਾਂ ਦੀਆਂ। 2 ਛੱਡੇ ਭਾਈ ਦਇਆ ਸਿੰਘ ਹੋਣੀ ਕਹਿੰਦੇ ਮਹਾਰਾਜ ਐ ਨਾ ਕਰੋ, ਐ ਤਾਂ ਸ੍ਰਿਸ਼ਟੀ ਨਾਸ ਹੋ ਜੂਗੀ। ਇੰਨੇ ਵੀਰ ਰਸ 'ਚ ਆ ਗਏ ਸੀ ਮਹਾਰਾਜ। ਇਸ ਕਰਕੇ ਸਾਧ ਸੰਗਤ, ਮਹਾਰਾਜ ਕਹਿੰਦੇ ਅਸੀਂ 4 ਸਾਲ ਦੀ ਉਮਰ 'ਚ ਪਟਨਾ ਸਾਹਿਬ ਗੁਲੇਲਾ ਚਲਾਉਣ ਲੱਗ ਪਏ ਸੀ। ਕਹਿੰਦੇ ਮੇਰਾ ਬਚਪਨ ਤੋਂ ਲੈ ਕੇ ਨਿਸ਼ਾਨਾ ਪੱਕਿਆ, ਜਿੱਥੇ ਮਰਜ਼ੀ ਤੀਰ ਮਰਵਾ ਲਓ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿੱਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ, ਤੇ ਅੱਜ ਮੇਰੀ ਉਮਰ ਦੇਖ ਲੈ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਕਿਹਾ ਤੁਹਾਡਾ ਜਨਮ ਕਦੋਂ ਹੋਇਆ ਇਹ ਤਾਂ ਦੱਸ ਦਿਓ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ? ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਆ? ਹੱਲਿਆਂ ਵੇਲੇ ਗੋਦੀ ਕੀ ਹੋਈ? 47 'ਚ ਗੋਦੀ ਸੀ। ਉਹ ਤਾਂ ਫੇਰ ਬਾਅਦ 'ਚ ਖੋਜ ਹੋਈ ਵੀ ਇਹ ਤਾਂ 1946 12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ 'ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਇੱਥੇ ਆ ਗਿਆ। ਬੜੀਆਂ ਚੀਜ਼ਾਂ ਪੁੱਛਦੇ ਰਹਿਣਾ, ਕਿਉਂ ਇਕੱਲੇ ਬੈਠੇ ਹੋਣਾ, ਪੁੱਛੀ ਜਾਣਾ।
ਕਹਿੰਦੇ ਮੈਂ ਪਿੰਡ 22 ਘੰਟੇ ਖੇਤਾਂ 'ਚ ਕੰਮ ਕੀਤਾ, ਨਾਲ 151 ਪਾਠ ਕਰਦਾ ਸੀ। ਮੈਂ ਕਿਹਾ ਥੱਕਦੇ ਨਹੀਂ ਸੀ? 22 ਘੰਟੇ ਕਹੀ ਦਾ ਕੰਮ ਕਰਨਾ ਤਾਂ ਬੜਾ ਔਖਾ। ਫਿਰ ਮੈਨੂੰ ਹੱਸ ਕੇ ਕਹਿਣਾ, ਉਹ ਕਰਾਉਣ ਵਾਲੇ ਵੀ ਆ ਜਾਂਦੇ ਸੀ, ਉਹ ਕਰਾਈ ਵੀ ਜਾਂਦੇ ਹੁੰਦੇ ਸੀ ਨਾਲ। ਮੈਂ ਕਿਹਾ ਉਹ ਕੌਣ? ਕਹਿੰਦੇ ਫੌਜਾਂ, ਸ਼ਹੀਦ ਸਿੰਘ ਨਾਲ ਕੰਮ ਕਰਾਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ, ਤੁਸੀਂ ਇੰਨੇ ਪਾਠ ਕਰ ਲਓ, ਤੁਹਾਡੇ ਕੋਲ ਆ ਜਾਣਗੇ। ਹੱਥ ਖੜੇ ਤਾਂ ਮਸਾਂ ਹੀ ਜਪਜੀ ਸਾਹਿਬ, ਇੱਕ ਜਪਜੀ ਸਾਹਿਬ ਤੇ ਮਸਾਂ ਰੋ ਰੋ ਕੇ ਹੱਥ ਖੜਾ ਕੀਤਾ ਹੈ। ਇਹ ਇੱਕ ਕਰੋਗੇ, ਇੱਕ ਜਿੰਨੀ ਪਾਵਰ ਆਊਗੀ, 5 ਕਰੋਗੇ। ਚਲੋ ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਬੇਨਤੀ ਪ੍ਰਵਾਨ ਕਰ ਲਓ। 5 ਜਪਜੀ ਸਾਹਿਬ, ਹੁਣ ਜਿੰਨੇ ਜਣੇ ਆਏ ਹੋ ਨਾ ਤੁਸੀਂ, ਰੋਜ਼ 5 ਜਪਜੀ ਸਾਹਿਬ ਸਾਰਿਆਂ ਨੇ ਕਰਨੇ ਆ। ਮਨਜ਼ੂਰ ਹੈ ਤਾਂ ਜਕਾਰਾ ਛੱਡ ਦੋ। ਫਿਰ ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਔਖੇ ਨਹੀਂ ਹੈ, ਜੇ ਅਸੀਂ ਮਨ ਬਣਾ ਲਓ ਨਾ। ਇਹ ਇੱਕ ਚੀਜ਼ ਹੁੰਦੀ, ਇਕਾਂਤ ਵਿੱਚ ਬੜੇ ਸੋਹਣੇ ਹੁੰਦੇ ਆ। ਰਾਤ ਨੂੰ ਬੈਠ ਜਾਓ, ਦਿਨੇ ਨਹੀਂ ਹੁੰਦੇ। ਦਿਨੇ ਤਾਂ ਫੋਨ ਆ ਗਿਆ, ਬੈਲ ਮਾਰਤੀ, ਆਹ ਕੰਮ ਹੋ ਗਿਆ, ਕੋਈ ਮਿਲਣ ਆ ਗਿਆ। ਐਨ ਰਾਤ ਨੂੰ ਟਿਕਵੀਂ ਰਾਤ ਵਿੱਚ 25 ਜਪਜੀ ਸਾਹਿਬ 2 ਘੰਟੇ 'ਚ ਹੋ ਜਾਂਦੇ। ਚਲ ਤੁਹਾਡੇ 3 'ਚ ਹੋ ਜਾਣਗੇ, ਤੇ 5 ਪਾਠਾਂ ਨੂੰ ਕਿਹੜਾ ਟਾਈਮ ਲੱਗਦਾ? 5 ਪਾਠ ਆਰਾਮ ਨਾਲ ਬੋਲ ਕੇ 1 ਘੰਟੇ 'ਚ, ਸਵਾ ਘੰਟੇ 'ਚ 5 ਪਾਠ। ਇਹ ਨਹੀਂ ਕਈ ਲੋਕ ਕਰਨਗੇ, ਜੇ 10 ਦਿਨਾਂ ਨੂੰ ਮਿਲ ਪਿਆ ਤੁਹਾਡੇ 'ਚ ਕੋਈ, ਉਹ ਗੱਲ ਜੀ ਨਹੀਂ ਬਣੀ। ਉਹ ਨਹੀਂ, ਗੱਲ ਨਹੀਂ ਬਣਨੀ ਇੱਦਾਂ। ਪਿੰਡ ਵਾਲਿਆਂ ਨੂੰ ਮੈਂ ਸਮਝਾਉਣਾ ਹੁੰਦਾ, ਆਹ ਕਣਕ ਹੁਣ ਇੰਨੀ ਦਿਖਦੀ ਆ ਨਾ ਤੁਹਾਨੂੰ, ਇਹ ਕਦੋਂ ਬੀਜੀ ਸੀ? ਕਹਿੰਦੇ ਇਹਨੂੰ ਤਾਂ ਇੰਨੇ ਮਹੀਨੇ ਹੋ ਗਏ। ਕਣਕ ਨੂੰ ਬੀਜਣ ਤੋਂ ਤੀਜੇ ਚੌਥੇ ਦਿਨ ਨੂੰ ਮਾੜੀ ਜੀ ਦਿਖਦੀ ਹੁੰਦੀ ਹੈ, ਤੇ 6 ਮਹੀਨਿਆਂ ਬਾਅਦ ਉਹ ਪੱਕ ਕੇ ਫਸਲ ਸਾਹਮਣੇ ਆਉਂਦੀ ਹੈ। ਤੁਸੀਂ ਜਪਜੀ ਸਾਹਿਬ ਦੇ 5 ਪਾਠ 6 ਮਹੀਨੇ ਤੱਕ ਕਰੋ। ਵੱਡਾ ਬਜਟ ਪਹਿਲਾਂ ਹੀ ਰੱਖੋ। ਜਿਨ੍ਹਾਂ ਨੇ, ਇੱਕ ਬੰਦਾ ਕੱਲ ਮੈਨੂੰ ਫੋਨ ਕਰਕੇ ਕਹਿੰਦਾ, ਇਹ ਜੀ ਬ੍ਰਹਮ ਗਿਆਨ ਜੇ ਲੈਣਾ ਹੋਵੇ। ਮੈਂ ਕਿਹਾ ਬਾਬਾ ਬੱਸ ਕਰ, ਛੋਟਾ ਮੂੰਹ ਬੜੀ ਬਾਤ, ਤੂੰ ਬ੍ਰਹਮ ਗਿਆਨ ਬੱਸ ਕਰ ਹੁਣ। ਮੈਂ ਕਿਹਾ ਬ੍ਰਹਮ ਗਿਆਨੀ ਦੀ ਧੂੜ ਮਿਲ ਜੇ ਨਾ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ। ਮੈਂ ਤਾਂ ਇੰਨੇ ਨੂੰ ਹੀ ਬੜੇ ਵੱਡੇ ਭਾਗ ਸਮਝਦਾ। ਸਾਧ ਸੰਗਤ, ਬ੍ਰਹਮ ਗਿਆਨੀ ਬਣਨਾ, ਲੋਕੀ ਹਰੇਕ ਨੂੰ ਹੀ ਲਿਖ ਦਿੰਦੇ ਆ, ਇਹ ਬ੍ਰਹਮ ਪੂਰਨ, ਅੱਜ ਹੋਰ ਅੱਖਰ ਲਾਤਾ, ਪੂਰਨ ਬ੍ਰਹਮ ਗਿਆਨੀ। ਜਿਹੜਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ। ਇਹ ਤਾਂ ਬ੍ਰਹਮ ਗਿਆਨੀ ਨੂੰ ਹੀ ਪਤਾ ਕਿ ਇਹ ਬ੍ਰਹਮ ਗਿਆਨੀ ਹੈ, ਦੂਜਾ ਤਾਂ ਪਛਾਣ ਹੀ ਨਹੀਂ ਸਕਦਾ ਕਿ ਇਹ ਬ੍ਰਹਮ ਗਿਆਨੀ ਹੈ। ਮੈਂ ਹੰਸਾਲੀ ਵਾਲੇ ਮਹਾਂਪੁਰਖ ਸੱਚਖੰਡ ਵਾਸੀ, ਉਹਨਾਂ ਦੀ ਸੰਗਤ ਬੜੇ ਸਾਲ ਕੀਤੀ। 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 9 ਸਾਲ ਸੰਗਤ ਕੀਤੀ ਹੈ। ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ, ਮੈਂ ਜਾ ਕੇ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਂਪੁਰਖਾਂ ਕੋਲ ਜਾਈਏ ਤਾਂ ਤੁਰ ਕੇ ਜਾਈਏ ਥੋੜਾ ਜਿਹਾ। ਪਟਿਆਲਿਓਂ ਮੈਂ ਇੱਕ ਦਸਤਾਰ ਲਈ, F74 ਮਲਮਲ ਬੰਨ੍ਹਦੇ ਸੀ ਉਹ, 5 ਕਿਲੋਮੀਟਰ ਮੈਂ ਤੁਰ ਕੇ ਗਿਆ। ਫਿਰ ਗੱਡੀ 'ਚ ਬੈਠੇ, ਫਿਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫਿਰ ਤੁਰ ਕੇ ਗਏ। ਮੇਰੇ ਜਾਂਦਿਆਂ ਨੂੰ ਬਾਬਾ ਜੀ ਨੇ ਕਿਤੇ ਜਾਣਾ ਸੀ, ਤਿਆਰ ਬੈਠੇ ਸੀ ਸੋਟਾ ਲੈ ਕੇ, ਦੇਖੀ ਜਾਣ ਬਾਰ-ਬਾਰ। ਸਿੰਘਾਂ ਨੇ ਦੱਸਿਆ ਬਾਅਦ 'ਚ, ਕਹਿੰਦੇ ਕਾਫੀ ਦੇਰ ਦੇ ਤਿਆਰ ਹੋ ਕੇ ਬੈਠੇ, ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਮੈਂ ਗਿਆ, ਕਹਿੰਦੇ ਆ ਗਏ ਭਾਈ? ਮੈਂ ਕਿਹਾ ਹਾਂਜੀ। ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖਤੀ, ਉਹ ਬੰਨ੍ਹ ਲਈ ਮੇਰੀ। ਮਹਾਂਪੁਰਖ ਬ੍ਰਹਮ ਗਿਆਨੀ ਕੋਲ ਜਾਣਾ। ਮੈਂ ਦੁਬਾਰਾ, ਅਸੀਂ ਫੇਰ ਜਦੋਂ ਗਏ, ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਣ। ਅਸੀਂ 5-4 ਜਾਣੇ ਸੀ। ਮਹਾਂਪੁਰਖ ਕੇਸੀ ਇਸ਼ਨਾਨ ਕਰਕੇ ਵੱਡਾ ਸਰਾਣਾ ਲਾ ਕੇ ਪਲੰਘ ਤੇ ਬੈਠੇ, ਅੱਖਾਂ ਬੰਦ ਨੇ, ਚਿਹਰਾ ਪਰੇ ਨੂੰ ਹੈ। ਪਟਿਆਲੇ ਦੀ 3-4 ਸੰਗਤ ਮੇਰੇ ਨਾਲ। ਕਹਿੰਦੇ ਭਾਈ ਬਲੂ ਸਟਾਰ 'ਚ ਕੌਣ ਰਿਹਾ ਤੁਹਾਡੇ 'ਚੋਂ? ਮੈਂ ਖੜਾ ਹੋ ਗਿਆ, ਮੈਂ ਜੀ ਮੈਂ ਰਿਹਾ। ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ? ਮੈਂ ਜੀ ਤਾਂ ਤੁਹਾਨੂੰ ਹੀ ਪਤਾ। ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕੁ ਵੱਡੀ ਸੀ? ਮੈਂ ਮਹਾਰਾਜ ਅਸੀਂ ਕੀ ਜਾਣੀਏ, ਤਾਂ ਅਣਜਾਣ ਬੱਚੇ ਆ। ਇੱਕ ਗੱਲ ਯਾਦ ਰੱਖੋ, ਜੇ ਕੋਈ ਪੂਰਨ ਪੁਰਖ ਮਿਲ ਜੇ ਨਾ, ਉੱਥੇ ਦਮਗਜੇ ਨਹੀਂ ਮਾਰੀ ਤੇ ਹਾਂਜੀ ਮੈਨੂੰ ਪਤਾ ਜੀ ਕਦੇ ਨਹੀਂ ਕਹੀਦਾ। ਉੱਥੇ ਹਮੇਸ਼ਾ ਉਹਨਾਂ ਨੂੰ ਕਹੀਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਨਹੀਂ।
ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ 7ਵੀਂ ਭੂਮਿਕਾ ਦੇ ਮਾਲਕ ਸੀਗੇ ਉਹ, 7ਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ। ਕਹਿੰਦੇ ਪਰ ਦੁਨੀਆ ਨੇ ਭਾਈ ਪਛਾਣੇ ਨਹੀਂ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। 7 ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ, ਸੁਭ ਇੱਛਾ ਸੁਭ ਵਿਚਾਰਨਾ ਤਨੂ ਮਾਨਸਾ ਸਤਵਾ ਪਦ ਅੰਸ਼ ਸਖਤ ਪਦਾਰਥਾ ਭਾਵਨੀ। ਅੱਗੇ ਆਉਂਦੀ ਹੈ 7ਵਾਂ ਪਦ ਕਿਹੜਾ ਆਉਂਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ 7 ਵਚਨ ਸੰਗਤ ਤੁਹਾਡੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ 7 ਭੂਮਿਕਾ ਬ੍ਰਹਮ ਗਿਆਨ ਦੀਆਂ ਸੁਣਾਈਆਂ, 2 ਦਿਨ ਲੱਗੇ, ਸੁੰਨ ਹੋ ਗਏ ਸਾਰੇ। ਕਿਆ ਬਾਤ ਹੈ। ਕਹਿੰਦੇ ਅਸੀਂ ਕਦੇ ਸੁਣੀਏ ਹੀ ਨਹੀਂ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ 7ਵੀਂ ਭੂਮਿਕਾ ਦਾ ਮਾਲਕ ਜਦੋਂ ਹਜੂਰ ਸਾਹਿਬ 1974 ਚ ਪਹਿਲੀ ਵਾਰ ਸਾਧ ਸੰਗਤ 75 ਦੀ ਗੱਲ ਹੈ ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀ ਫੋਟੋ ਉਹਨਾਂ ਤੋਂ ਹੀ ਪੁੱਛ ਕੇ ਬਣਾਈ ਸੀ ਮੈਂ। ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ। ਸਾਨੂੰ ਨਹੀਂ ਰਾਤ ਨੂੰ ਪਤਾ ਲੱਗੇ ਤਾਂ ਸੌਂ ਗਏ ਸੀ। ਸਵੇਰੇ ਮੈਂ 3 ਮਹੀਨਿਆਂ ਬਾਅਦ ਮੈਨੂੰ ਦੱਸਿਆ ਵੀ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਨੂੰ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ, ਨਿਆਣੇ ਨਹੀਂ ਆਖੇ ਲੱਗਦੇ, ਆਹ ਨਹੀਂ ਹੁੰਦਾ ਆਹ ਨਹੀਂ ਹੁੰਦਾ। ਸੰਤਾਂ ਨੇ ਕੀ ਮੰਗਿਆ? ਸੰਤ ਜਰਨੈਲ ਸਾਹਿਬ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਬਿਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ। ਮੈਂ ਕਿਹਾ ਉਦੋਂ ਅਸੀਂ ਇਦਾਂ ਹੀ ਬੋਲ ਲੈਂਦੇ ਸੀ। ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਬਿਨਾਸੀ ਦਰਸ਼ਨ ਕੀ ਹੁੰਦੇ ਆ। ਕਹਿੰਦੇ ਜਰਰੇ ਜਰਰੇ 'ਚ ਉਹਦਾ ਪ੍ਰਕਾਸ਼ ਦਿਖਣਾ ਮੰਗਿਆ ਮੈਂ। ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ। ਮੈਂ ਕਿਹਾ ਬੜੀ ਵੱਡੀ ਚੀਜ਼ ਮੰਗੀ, ਪਹਿਲੀ ਵਾਰ ਸੁਣਿਆ ਅਬਿਨਾਸੀ ਦਰਸ਼ਨ। ਨਾਸ ਨਹੀਂ ਹੁੰਦੇ ਜਿਹੜੇ। 1980 ਚ ਤੁਸੀਂ ਕਲੇਰਾਂ ਤੋਂ ਆਏ, ਕਲੇਰੀ ਮਹਾਂਪੁਰਖਾਂ ਦੇ ਸਥਾਨ ਤੇ ਗਏ, ਬੱਸ ਦੇ ਵਿੱਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ। ਮੈਨੂੰ ਕਹਿੰਦੇ ਗੱਲ ਕਰਨੀ ਤੇਰੇ ਨਾਲ। ਮੈਂ ਕਿਹਾ ਦੱਸੋ। ਕੰਨ 'ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ। ਮੈਂ ਕਿਹਾ ਵਧਾਈਆਂ। ਇਹ 1980 ਵਿੱਚ ਜਰਰੇ ਜਰਰੇ ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ 'ਚ ਕਈ ਦੇਸ਼ਾਂ 'ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ, ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ। ਇਹਨਾਂ ਨੂੰ ਕੀ ਅਵਸਥਾ ਕੀ ਹੁੰਦੀ ਹੈ? ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ। ਫਿਰ ਮੈਂ ਕੁਐਸਚਨ ਕੀਤਾ, 1983 ਦੀ ਗੱਲ ਹੈ। ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰਰੇ ਜਰਰੇ 'ਚ ਮੈਨੂੰ ਦਿਖਦਾ, ਤੇ ਆਹ ਕੀ ਹੋ ਰਿਹਾ? ਆਹ ਜਿਹੜਾ ਕਾਰਜ ਹੋ ਰਹੇ ਨੇ। ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ ਇੱਕ। ਕਹਿੰਦੇ ਜਿਵੇਂ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦੁਆਇ ਤੇ ਏਕ ਰੂਪ ਹਵੈ ਗਇਓ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆਹ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ। ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨਹੀਂ ਕਰਦਾ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਹਿੰਦੇ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ।